हाँ जी बेटे, अपना टॉपिक चल रहा सीगा फस्ट चैप्टर अपना चल रहा सी। अज आप कर रहे हैं MS एक्सल। तो MS एक्सल ਦੇ ਵਿੱਚ ਜਦੋਂ ਆਪਾਂ ਕੋਈ ਡੇਟਾਬੇਸ ਬਣਾਉਣਾ ਹੋਵੇ ਤਾਂ ਆਪਾਂ ਐਕਸਲ ਯੂਜ਼ ਕਰਦੇ ਹਾਂ। ਉਹਦੇ ਵਿੱਚ ਆਪਾਂ ਕੋਈ ਮਾਰਕਸ਼ੀਟ ਬਣਾਉਣੀ ਆ, ਕੋਈ ਰਿਕਾਰਡ ਵਗੈਰਾ ਰੱਖਣਾ ਹੈਗਾ, ਕੋਈ ਆਪਣੇ ਸਟੂਡੈਂਟ ਦਾ ਰਿਕਾਰਡ ਹੈ, ਟੀਚਰ ਦਾ ਰਿਕਾਰਡ ਹੈ, ਕਿਸੇ ਵੀ ਤਰ੍ਹਾਂ ਦਾ ਆਪਣਾ ਡਾਟਾ ਹੈਗਾ, ਉਹਨੂੰ ਆਪਾਂ ਐਜ਼ ਏ ਡਾਟਾਬੇਸ ਬਣਾਉਣ ਦੇ ਲਈ ਆ ਜਿਹੜਾ ਐਕਸਲ ਯੂਜ਼ ਕਰਦੇ ਹਾਂ। ਅਤੇ ਜਿਵੇਂ ਆਪਾਂ ਵਰਡ ਯੂਜ਼ ਕੀਤਾ ਪਹਿਲਾਂ, ਵਰਡ ਦੇ ਵਿੱਚ ਜਿਹੜੇ ਆਪਾਂ ਪੇਜਸ ਬਣਾਉਂਦੇ ਸੀ ਉਹਨਾਂ ਨੂੰ ਪੇਜ ਕਿਹਾ ਜਾਂਦਾ। ਬਟ ਐਕਸਲ ਦੇ ਵਿੱਚ ਜਦੋਂ ਆਪਾਂ ਡਾਟਾ ਸਟੋਰ ਕਰਾਂਗੇ ਤਾਂ ਜਿਹੜੀ ਉਹ ਆਪਾਂ ਨੂੰ ਸ਼ੋਅ ਹੋਊਗਾ ਪੇਜ, ਉਹਨੂੰ ਆਪਾਂ ਪੇਜ ਨਹੀਂ ਸਪਰੈਡਸ਼ੀਟ ਕਹਾਂਗੇ। ਤਾਂ MS ਐਕਸਲ ਹੈ ਜਿਹੜਾ ਇੱਕ ਸਪਰੈਡਸ਼ੀਟ ਸੋਫਟਵੇਅਰ, ਇਹਦੇ ਵਿੱਚ ਆਪਾਂ ਸਪਰੈਡਸ਼ੀਟਸ ਹੈ ਜਿਹੜੀਆਂ ਉਹ ਕ੍ਰੀਏਟ ਕਰਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਫਾਰਮੂਲਾ ਬਾਰ। ਮੇਨਲੀ ਐਕਸਲ ਦੇ ਵਿੱਚ ਕੀ ਹੈ, ਆਪਣੇ ਕੋਲ ਫਾਰਮੂਲਾਜ਼ ਹੁੰਦੇ ਆ। ਕੁਛ ਕੁ ਆਪਾਂ ਆਪਣੇ ਵੱਲੋਂ ਮੈਨੂਅਲੀ ਕਰਦੇ ਹਾਂ, ਕੁਛ ਕੁ ਪ੍ਰੀ ਡਿਫਾਈਨਡ ਆਪਣੇ ਕੋਲ ਜਿਹੜੇ ਪਹਿਲਾਂ ਤੋਂ ਡਿਫਾਈਨ ਹੈਗੇ ਨੇ ਉਹ ਫਾਰਮੂਲਾਜ਼ ਹੁੰਦੇ ਨੇ, ਆਪਾਂ ਉਹ ਵਾਲੇ ਕੀ ਹੈ ਯੂਜ਼ ਕਰਦੇ ਹੈਗੇ ਆ। ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਉੱਪਰ ਇੱਕ ਫਾਰਮੂਲਾ ਬਾਰ ਆਉਂਦੀ ਹੈ, ਉਹਦੇ ਵਿੱਚ ਆਪਾਂ ਫਾਰਮੂਲਾ ਲਿਖਦੇ ਹਾਂ। ਜਿੱਥੇ ਲਿਖਿਆ ਨਾ A+A1 + B1। A1 ਕੀ ਐਡਰੈਸ ਹੈ ਕਿ ਇੱਕ ਕਾਲਮ ਹੈ, 1 ਹੈ ਜਿਹੜੇ ਰੋ ਹੈ। ਰੋ ਅਤੇ ਕਾਲਮ ਦਾ ਮੇਨਲੀ ਜਿਹੜਾ ਮਿਲਾ ਕੇ ਇੱਕ ਐਡਰੈਸ ਬਣਦਾ ਇੱਕ ਸੈੱਲ ਦਾ। B ਹੈ ਜਿਹੜੀ ਕਾਲਮ ਹੈ, 1 ਹੈ ਜਿਹੜਾ ਰੋ ਹੈ। ਤਾਂ ਉਹਨਾਂ ਦੋਨਾਂ ਕਾਲਮਸ ਨੂੰ ਪਲੱਸ ਕਰਕੇ ਜਿਹੜਾ C1 ਦੇ ਵਿੱਚ ਲਿਖਿਆ ਗਿਆ। ਇਹ ਫਾਰਮੂਲਾ ਬਾਰ ਹੈ। ਇੱਥੇ ਆਪਾਂ ਆਪਦੇ ਕੋਲੋਂ ਵੀ ਕੋਈ ਵੀ ਫਾਰਮੂਲਾ ਲਿਖ ਸਕਦੇ ਹਾਂ, ਅਤੇ ਜਿਹੜੇ ਪਹਿਲਾਂ ਤੋਂ ਫਾਰਮੂਲਾਜ਼ ਆਪਾਂ ਨੂੰ ਐਕਸਲ ਵੱਲੋਂ ਦਿੱਤੇ ਗਏ ਆਪਣੀ ਹੈਲਪ ਦੇ ਲਈ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ। ਵਰਕਿੰਗ ਵਿਦ ਫਾਰਮੂਲਾਜ਼ ਆ ਗਿਆ। ਫਾਰਮੂਲਾਜ਼ ਹੁਣ ਆਪਾਂ ਯੂਜ਼ ਕਰਾਂਗੇ ਕਿਸ ਤਰੀਕੇ ਕਰਦੇ ਹਾਂ। ਫਾਰਮੂਲਾਜ਼ ਜਦੋਂ ਵੀ ਆਪਾਂ ਕੋਈ ਵੀ ਫਾਰਮੂਲਾ ਯੂਜ਼ ਕਰਨਾ, ਭਾਵੇਂ ਮੈਨੂਅਲੀ ਕਰਨਾ, ਭਾਵੇਂ ਆਪਾਂ ਫਾਰਮੂਲਾ ਪ੍ਰੀ ਡਿਫਾਈਨਡ ਕਰਨਾ, ਤਾਂ ਫਾਰਮੂਲਾ ਹਮੇਸ਼ਾ ਸਟਾਰਟ = ਸਾਈਨ ਤੋਂ ਹੁੰਦਾ। ਇਹਦੇ ਵਿੱਚ ਸਪੈਸ਼ਲੀ ਲਿਖਿਆ ਗਿਆ, ਅਤੇ ਕਈ ਵਾਰ ਓਬਜੈਕਟਿਵ ਟਾਈਪ ਕੁਐਸਚਨ ਦੇ ਵਿੱਚ ਵੀ ਇਹ ਆ ਜਾਂਦਾ ਕਿ MS ਐਕਸਲ ਦੇ ਵਿੱਚ, ਜਾਂ ਫਿਰ ਸਿੰਪਲ ਆ ਜਾਂਦਾ ਕਿ ਫਾਰਮੂਲਾ ਕਿਹੜੇ ਡਿਜਿਟ ਤੋਂ ਸਟਾਰਟ ਹੁੰਦਾ। ਤਾਂ ਤੁਸੀਂ ਇਹਦਾ ਆਨਸਰ ਲਾਓਗੇ ਕਿ ਕੋਈ ਵੀ ਫਾਰਮੂਲਾ ਹਮੇਸ਼ਾ = ਤੋਂ ਹੀ ਸਟਾਰਟ ਹੁੰਦਾ। ਤਾਂ ਮੈਥਮੈਟੀਕਲ ਓਪਰੇਸ਼ਨ ਫਾਰਮੂਲਾਜ਼ ਇਹਨਾਂ ਨੇ ਦਿੱਤੇ ਹੋਏ ਆਪਾਂ ਨੂੰ ਕਿਹੜੇ ਹੈ, = ਤਾਂ ਦੇਖੋ ਆਪਾਂ ਉਹਨਾਂ ਨੇ ਕਿਹਾ ਯੂਜ਼ਡ ਟੂ ਬਿਗਿਨ ਅ ਕੈਲਕੂਲੇਸ਼ਨ ਕਰਨ ਤੋਂ ਪਹਿਲਾਂ ਹਮੇਸ਼ਾ ਆਪਾਂ ਸਟਾਰਟਿੰਗ 'ਤੇ ਇਹਨੂੰ ਯੂਜ਼ ਕਰਦੇ ਹਾਂ। ਪਲੱਸ ਮਾਈਨਸ ਮਲਟੀਪਲੀਕੇਸ਼ਨ, ਡਿਵੀਜ਼ਨ, ਐਕਸਪੋਨੈਂਟ, ਬ੍ਰੇਸਿਸ, ਇਹ ਸਾਰੇ ਕੀ ਆਪਾਂ ਯੂਜ਼ ਕਰ ਸਕਦੇ ਹਾਂ ਆਪਣੇ ਐਜ਼ ਅ ਫਾਰਮੂਲਾ ਦੇ ਵਿੱਚ। ਤਾਂ ਫਾਰਮੂਲਾ ਨੂੰ ਯੂਜ਼ ਕਰਨ ਦੇ ਸਟੈਪ ਕੀ ਹੈਗੇ ਆ। ਕਹਿੰਦੇ ਕਿਸੇ ਖਾਲੀ ਜਿਹੜਾ ਆਪਣਾ ਸੈੱਲ ਹੈਗਾ ਉਹਦੇ ਵਿੱਚ ਕਲਿੱਕ ਕਰੋ ਜਿੱਥੇ ਆਪਾਂ ਫਾਰਮੂਲਾ ਲਾਉਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ = ਟਾਈਪ ਕਰਾਂਗੇ, ਫਿਰ ਜਿਹੜੇ ਐਡਰੈਸ 'ਤੇ ਆਪਾਂ ਲਾਉਣੇ ਚਾਹੁੰਦੇ ਹਾਂ, ਜਿਵੇਂ A1 ਸੀਗਾ, A ਕਾਲਮ, ਕਿਸੇ ਕਾਲਮ ਜਾਂ ਰੋ ਦਾ ਜਿਹੜਾ ਮਿਕਸਰ ਸੈੱਲ ਆ ਉਹਦਾ ਐਡਰੈਸ ਲਿਖੋ। ਉਸ ਤੋਂ ਬਾਅਦ ਕੋਈ ਮੈਥ ਓਪਰੇਟਰ ਜਿਵੇਂ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ ਕਰਨਾ, ਕੁਛ ਵੀ ਕਰਨਾ ਹੈਗਾ ਆਪਾਂ ਉਹ ਵਾਲਾ ਫਾਰਮੂਲਾ ਲਿਖੋ। ਫਿਰ ਦੂਸਰੇ ਸੈੱਲ ਦਾ ਲਿਖੋ ਐਡਰੈਸ ਜਿਹਦੇ ਨਾਲ ਉਹਨੂੰ ਪਲੱਸ ਕਰਨਾ ਜਾਂ ਮਾਈਨਸ ਕਰਨਾ। ਤਾਂ ਫਿਰ ਆਪਣਾ ਜਿਹੜਾ ਫਾਰਮੂਲਾ ਕੰਪਲੀਟ ਹੋ ਗਿਆ, ਅਤੇ ਆਪਾਂ ਪੈਰੇਂਥੀਸਿਸ ਲਾ ਸਕਦੇ ਹਾਂ। ਅਤੇ ਜਦੋਂ ਐਂਟਰ ਕਰਾਂਗੇ ਨਾ ਕੀ ਨੂੰ, ਤਾਂ ਉਸ ਸੈੱਲ ਦੇ ਵਿੱਚ ਆਪਣਾ ਰਿਜ਼ਲਟ ਆਪਾਂ ਨੂੰ ਸ਼ੋਅ ਹੋਊਗਾ। ਜੇਕਰ ਆਪਾਂ 2 ਸੈੱਲਸ ਦਾ ਪਲੱਸ ਕਰਵਾਇਆ ਤਾਂ ਆਪਾਂ ਨੂੰ ਪਲੱਸ ਸ਼ੋਅ ਹੋਊਗਾ, ਮਾਈਨਸ ਕਰਵਾਇਆ ਤਾਂ ਮਾਈਨਸ ਸ਼ੋਅ ਹੋਊਗਾ। ਨੈਕਸਟ ਇਹਨਾਂ ਨੇ ਦਿੱਤਾ ਆਪਾਂ ਨੂੰ ਮੈਨੂਅਲ ਫਾਰਮੂਲਾਜ਼। ਫਿਗਰ 1.12 ਹੈ ਜਿਹੜੀ, ਉਹ ਮੈਨੂਅਲ ਫਾਰਮੂਲਾ ਸ਼ੋਅ ਕਰਦੀ ਹੈ। ਜਿਹੜੇ ਫਾਰਮੂਲਾਜ਼ ਆਪਾਂ ਆਪ ਲਿਖਦੇ ਹਾਂ, ਮਤਲਬ ਆਪਾਂ ਆਪਣੇ ਅਕੋਰਡਿੰਗ, ਆਪਣੀ ਡਿਜ਼ਾਇਰ ਅਕੋਰਡਿੰਗ, ਆਪਣੀ ਨੀਡ ਅਕੋਰਡਿੰਗ ਆਪਾਂ ਕ੍ਰੀਏਟ ਕਰਦੇ ਹਾਂ। ਜਿਵੇਂ A1 + A2 + A3 ਜਾਂ A1 + B1 + C1। ਜਿਹੜੇ ਸੈੱਲਸ ਦਾ ਆਪਾਂ ਪਲੱਸ ਕਰਨਾ, ਜਿਹੜੇ ਸੈੱਲਸ ਦੀ ਆਪਾਂ ਮਲਟੀਪਲੀਕੇਸ਼ਨ ਕਰਨੀ ਹੈ ਜਾਂ ਸਬਟਰੈਕਸ਼ਨ ਕਰਨੀ ਹੈ, ਆਪਾਂ ਆਪਦੀ ਜ਼ਰੂਰਤ ਅਕੋਰਡਿੰਗ ਕੀ ਆ ਫਾਰਮੂਲਾ ਕ੍ਰੀਏਟ ਕਰਦੇ ਹਾਂ। ਨੈਕਸਟ ਆਪਣਾ ਆ ਗਿਆ ਜੀ ਵਰਕਿੰਗ ਵਿਦ ਫੰਕਸ਼ਨ। ਵਰਕਿੰਗ ਵਿਦ ਫੰਕਸ਼ਨ ਮੀਨਜ਼ ਕਿ ਜਿਹੜੇ ਆਪਾਂ ਨੂੰ ਫੰਕਸ਼ਨ ਪਹਿਲਾਂ ਤੋਂ ਡਿਫਾਈਨਡ ਹੈ, ਜਿਹੜੇ ਫਾਰਮੂਲਾਜ਼ ਆਪਾਂ ਨੂੰ ਐਜ਼ ਏ ਫੰਕਸ਼ਨ ਦਿੱਤੇ ਹੋਏ ਨੇ। ਪ੍ਰੀ ਡਿਫਾਈਨਡ ਫੰਕਸ਼ਨ ਕਿਹੜੇ ਹੁੰਦੇ ਨੇ, ਜਿਹੜੇ ਕਿ ਆਪਾਂ ਨੂੰ ਪਹਿਲਾਂ ਤੋਂ ਹੀ ਬਣੇ ਬਣਾਏ, ਆਪਾਂ ਸਿਰਫ ਉਹਨਾਂ ਦਾ ਯੂਜ਼ ਕਰਨਾ, ਆਪਾਂ ਕ੍ਰੀਏਟ ਨਹੀਂ ਕਰਨੇ ਹੈਗੇ। ਤਾਂ ਇਹ ਵਾਲੇ ਜਿਹੜੇ ਹੈਗੇ ਨੇ ਆਪਾਂ ਕੁਛ ਕੁ ਆਪਾਂ ਨੂੰ ਦਿੱਤੇ ਹੋਏ ਨੇ ਫਾਰਮੂਲਾਜ਼, ਇਹਨੂੰ ਫੰਕਸ਼ਨ ਕਿਹਾ ਜਾਂਦਾ, ਉਹ ਵਾਲੇ ਆਪਾਂ ਯੂਜ਼ ਕਰਨੇ ਆ। ਜਿਵੇਂ ਪਹਿਲਾਂ ਆਟੋ ਸਮ ਹੈ, ਦੇਖੋ ਜੇਕਰ ਆਪਾਂ ਮੈਨੂਅਲੀ ਸਮ ਕਰਾਂਗੇ ਤਾਂ ਇਹ ਲਿਖਾਂਗੇ A1 + B1 + C1 + D1, ਜਿਸ ਦੇ ਅਕੋਰਡਿੰਗ ਵੀ ਹੈ। ਬਟ ਆਪਣੇ ਕੋਲ ਆਟੋ ਸਮ ਦਾ ਇੱਕ ਫੰਕਸ਼ਨ ਦਿੱਤਾ ਹੋਇਆ, ਉਹਦੇ ਲਈ ਕੀ ਹੈ, ਜਿੰਨੇ ਰੋਜ਼ ਆ, ਜਿੰਨੀਆਂ ਕਾਲਮਸ ਆ, ਜਿੰਨੇ ਸੈੱਲਸ ਦਾ ਆਪਾਂ ਪਲੱਸ ਕਰਵਾਉਣਾ, ਉਹ ਆਟੋਮੈਟਿਕਲੀ ਉਹਨਾਂ ਦਾ ਪਲੱਸ ਕਰ ਦਿੰਦਾ।
ਇਹਨੂੰ ਯੂਜ਼ ਕਰ ਲਈਏ ਤਾਂ ਸਿੰਟੈਕਸ ਦੇਖੋ ਇਜ਼ੀਕਲ ਟੂ ਸਮ, ਫਿਰ ਨੰਬਰ 1 ਨੰਬਰ 2, ਇਹਦਾ ਮਤਲਬ ਕਿ A1 + B1 + C1। ਇਹਦੇ ਵਿੱਚ ਆਪਾਂ ਲਿਖਾਂਗੇ, ਇਹਨਾਂ ਵਿੱਚ ਜਿਵੇਂ ਲਿਖਿਆ A1 ਕੋਲਨ ਪਾ ਕੇ C1 ਮੀਨਸ ਕਿ A1 ਤੋਂ ਲੈ ਕੇ C1 ਤੱਕ ਜਿੰਨੇ ਵੀ ਵਿੱਚ ਸੈੱਲ ਆਉਂਦੇ ਆ ਸਾਰਿਆਂ ਦਾ ਪਲੱਸ ਹੋ ਗਏ D 'ਤੇ ਆਪਾਂ ਨੂੰ ਕੀ ਆਨਸਰ ਸ਼ੋ ਹੋ ਜੇ। ਨੈਕਸਟ ਆਪਣਾ ਹੈਗਾ ਕਾਊਂਟ ਫੰਕਸ਼ਨ। ਕਾਊਂਟ ਫੰਕਸ਼ਨ ਕੀ ਕਰਦਾ ਕਿ ਜਿਹੜੇ ਆਪਣੇ ਨੂਮੈਰੀਕਲ ਸੈੱਲਸ, ਜਿਹੜੇ ਸੈੱਲ ਦੇ ਵਿੱਚ ਨੂਮੈਰੀਕਲ ਵੈਲਿਊ ਹੁੰਦੀ ਹੈ ਉਹਨਾਂ ਨੂੰ ਕਾਊਂਟ ਕਰਕੇ ਦੱਸਦਾ। ਜਿਵੇਂ ਹੁਣ A1 ਤੋਂ C1 ਤੱਕ ਇਹਨਾਂ ਨੇ ਕਾਊਂਟ ਕੀਤਾ ਹੋਇਆ ਐਗਜ਼ਾਮਪਲ ਦੇ ਵਿੱਚ, ਤਾਂ 3 ਉਹਨੇ ਆਨਸਰ ਕੀ ਸ਼ੋ ਕਰਵਾਇਆ 3, ਮਤਲਬ ਕਿ A1 ਦੇ ਜਿਹੜਾ ਸੈੱਲ ਆ ਉਹਦੇ ਵਿੱਚ ਵੀ ਨੂਮੈਰੀਕਲ ਵੈਲਿਊ ਹੈ, B1 ਦੇ ਸੈੱਲ ਦੇ ਵੀ ਨੂਮੈਰੀਕਲ ਵੈਲਿਊ, C1 ਦੇ ਸੈੱਲ ਦੇ ਵਿੱਚ ਵੀ ਨੂਮੈਰੀਕਲ ਵੈਲਿਊ ਹੈ। ਬਟ ਕਾਊਂਟ ਫੰਕਸ਼ਨ ਕਦੇ ਵੀ ਅਲਫਾਬੈਟੀਕਲ ਵੈਲਿਊ ਨੂੰ ਕਾਊਂਟ ਨਹੀਂ ਕਰਦਾ। ਮੰਨ ਲਓ B1 'ਚ ਜਿਹੜੀ 25 ਵੈਲਿਊ ਆ ਉਹਦੀ ਜਗ੍ਹਾ A ਜਾਂ B ਕੁਛ ਵੀ ਲਿਖਿਆ ਹੁੰਦਾ ਤਾਂ ਇਹਨੇ ਆਨਸਰ 2 ਦੇਣਾ ਸੀ, ਕਿਉਂਕਿ ਕਾਊਂਟ ਫੰਕਸ਼ਨ ਕਦੇ ਵੀ ਅਲਫਾਬੈਟਿਕ ਵੈਲਿਊ ਨੂੰ ਕਾਊਂਟ ਨਹੀਂ ਕਰਦਾ। ਜੇਕਰ ਆਪਾਂ ਅਲਫਾਬੈਟਿਕ ਵੈਲਿਊ ਕਾਊਂਟ ਕਰਾਉਣੀ ਹੈ ਤਾਂ ਉਹਦੇ ਲਈ ਕਾਊਂਟ A ਫੰਕਸ਼ਨ ਯੂਜ਼ ਕੀਤਾ ਜਾਂਦਾ। ਸਿੰਪਲੀ ਇਵੇਂ ਹੀ ਯੂਜ਼ ਹੁੰਦਾ, ਬਸ ਕਾਊਂਟ ਤੋਂ ਬਾਅਦ ਉਹਦੇ ਨਾਲ A ਲਿਖਿਆ ਹੁੰਦਾ। ਉਹ ਵਾਲਾ ਫੰਕਸ਼ਨ ਹੈ ਜਿਹੜਾ ਉਹ ਨੂਮੈਰੀਕਲ ਪਲੱਸ ਅਲਫਾਬੈਟੀਕਲ ਦੋਨਾਂ ਵੈਲਿਊਜ਼ ਨੂੰ ਕੀ ਹੈ ਕਾਊਂਟ ਕਰਦਾ। ਨੈਕਸਟ ਆਪਣਾ ਫਾਰਮੂਲਾ ਹੈਗਾ ਜੀ ਮੈਕਸ। ਮੈਕਸ ਫਾਰਮੂਲਾ ਕਾਹਦੇ ਲਈ ਯੂਜ਼ ਕੀਤਾ ਜਾਂਦਾ ਕਿ ਮੈਕਸੀਮਮ ਵੈਲਿਊ, ਜੇਕਰ ਆਪਾਂ ਫਾਈਂਡ ਆਊਟ ਕਰਨੀ ਹੈ ਕਿ ਜਿਹੜੇ ਜਿਨ੍ਹਾਂ ਸੈੱਲਸ 'ਤੇ ਆਪਾਂ ਫਾਰਮੂਲਾ ਅਪਲਾਈ ਕਰਾਂਗੇ ਕਿ ਉਹਨਾਂ ਦੇ ਵਿੱਚੋਂ ਮੈਕਸੀਮਮ ਵੈਲਿਊ ਹੈ ਜਿਹੜੀ ਉਹ ਆਪਾਂ ਨੂੰ ਸ਼ੋ ਹੋ ਜੇ, ਤਾਂ ਇਹਦੇ ਲਈ ਆਪਾਂ ਇਜ਼ੀਕਲ ਟੂ ਮੈਕਸ ਅਤੇ ਸਿਲੈਕਟ ਕਰਾਂਗੇ A1 ਤੋਂ C1 ਤੱਕ। ਤਾਂ 56 ਮੈਕਸੀਮਮ ਸੀ ਤਾਂ ਉਹਦਾ ਆਨਸਰ ਕੀ ਹੋਊਗਾ 56। ਸਿਮਿਲਰਲੀ ਮਿਨੀਮਮ ਹੈ, ਡਿਟੋ ਹੈ, ਬਸ ਮੈਕਸ ਦੀ ਜਗ੍ਹਾ ਮਿਨੀਮਮ ਲਿਖਿਆ ਜਾਊਗਾ ਤਾਂ ਮਿਨੀਮਮ ਵੈਲਿਊ ਆਪਾਂ ਨੂੰ ਕੀ ਹੈ ਸ਼ੋ ਕਰਵਾਊਗਾ। ਨੈਕਸਟ ਆਪਣਾ ਆ ਗਿਆ ਜੀ ਐਵਰੇਜ। ਐਵਰੇਜ ਦੇ ਵਿੱਚ ਕੀ ਹੋਊਗਾ ਕਿ ਜਿਨ੍ਹਾਂ ਸੈੱਲਸ ਦੇ ਉੱਪਰ ਆਪਾਂ ਫਾਰਮੂਲਾ ਲਗਾਇਆ ਇਜ਼ੀਕਲ ਟੂ ਐਵਰੇਜ A1 ਡਬਲ ਕੋਲਨ C1, ਜੇ 3 ਸੈੱਲ ਹੈ ਤਾਂ ਤਿੰਨਾਂ ਦਾ ਜੋੜ ਕਰਕੇ ਉਹਨੂੰ 3 ਨਾਲ ਡਿਵਾਈਡ ਕਰੂ ਅਤੇ ਐਵਰੇਜ ਕਾਊਂਟ ਕਰੂਗਾ। ਜੇ 4 ਸੈੱਲ ਹੈ 4 ਦਾ ਜੋੜ ਕਰਕੇ ਉਹਨੂੰ 4 ਨਾਲ, ਜਿੰਨੇ ਸੈੱਲ ਹੋਣਗੇ ਉਹਨਾਂ ਦਾ ਪਲੱਸ ਕਰਕੇ ਉਨੇ ਨਾਲ ਹੀ ਉਹਨੂੰ ਡਿਵਾਈਡ ਕਰਕੇ ਕੀ ਆਪਾਂ ਨੂੰ ਐਵਰੇਜ ਫਾਊਂਡ ਆਊਟ ਕਰਕੇ ਆਪਾਂ ਨੂੰ ਆਨਸਰ ਸ਼ੋ ਕਰਵਾ ਦੂਗਾ। ਨੈਕਸਟ ਆਪਣਾ ਹੈਗਾ ਨਾਓ। ਨਾਓ ਜਿਹੜਾ ਫੰਕਸ਼ਨ ਆ ਉਹ ਆਪਾਂ ਨੂੰ ਕਰੰਟ ਡੇਟ ਐਂਡ ਟਾਈਮ ਸ਼ੋ ਕਰਵਾਊਗਾ। ਜੋ ਆਪਣੇ ਅੱਜ ਦੀ ਆਪਣੇ ਸਿਸਟਮ ਦੇ ਵਿੱਚ ਆਪਣੇ PC ਦੇ ਵਿੱਚ ਡੇਟ ਆਪਣੇ ਸੇਵ ਹੁੰਦੀ ਹੈ, ਜੋ ਡੇਟ ਅਤੇ ਜੋ ਟਾਈਮ ਆਪਣੇ PC ਦੇ ਵਿੱਚ ਉਸ ਟਾਈਮ 'ਤੇ ਹੋਊਗਾ, ਉਹ ਵਾਲੀ ਡੇਟ ਅਤੇ ਉਹ ਵਾਲਾ ਟਾਈਮ ਕੀ ਆਪਾਂ ਨੂੰ ਸ਼ੋ ਕਰਵਾਇਆ ਜਾਊਗਾ। ਨੈਕਸਟ ਆ ਗਿਆ ਜੀ ਟੂ ਡੇ ਫੰਕਸ਼ਨ ਰਿਟਰਨ ਦਾ ਕਰੰਟ ਡੇਟ ਅਪਡੇਟ ਕੰਟੀਨਿਊਸਲੀ ਵੈਨ ਦਾ ਵਰਕ ਸ਼ੀਟ ਇਜ਼ ਚੇਂਜਡ ਔਰ ਓਪਨ। ਕਹਿੰਦੇ ਟੂ ਡੇ ਜਿਹੜੀ ਦੇਖੋ ਨਾਓ ਤਾਂ ਹੈਗਾ ਜਿਹੜਾ ਇੱਕ ਵਾਰ ਆਪਾਂ ਨੂੰ ਸ਼ੋ ਕਰਵਾਤਾ ਉਹ ਕਦੇ ਵੀ ਚੇਂਜ ਨਹੀਂ ਹੁੰਦਾ, ਅਤੇ ਜਿਹੜਾ ਟੂ ਡੇ ਆ ਉਹ ਵੀ ਆਪਾਂ ਨੂੰ ਡੇਟ ਅਤੇ ਟਾਈਮ ਆਪਾਂ ਨੂੰ ਉਹ ਇਕੱਲੀ ਡੇਟ ਸ਼ੋ ਕਰਵਾਉਂਦਾ। ਨਾਓ ਦੇ ਵਿੱਚ ਡੇਟ ਐਂਡ ਟਾਈਮ ਦੋਨੋਂ ਹੁੰਦੇ ਸੀ, ਟੂ ਡੇ ਦੇ ਵਿੱਚ ਸਿਰਫ ਔਰ ਸਿਰਫ ਡੇਟ ਸ਼ੋ ਕਰਵਾਉਂਦਾ। ਜਦੋਂ ਹੀ ਅਸੀਂ ਵਰਕਸ਼ੀਟ 'ਚ ਖੋਲ੍ਹਿਆ ਕਰਾਂਗੇ, ਮੰਨ ਲਓ ਅੱਜ ਬਣਾਈਏ ਆਪਾਂ ਫਿਰ ਕੱਲ੍ਹ ਖੋਲ੍ਹੀ ਤਾਂ ਅਕੋਰਡਿੰਗ ਟੂ ਟਾਈਮ ਅਪਡੇਟ ਹੁੰਦੀ ਰਹੂਗੀ, ਤਾਂ ਉਹ ਕੱਲ੍ਹ ਦੀ ਹੀ ਆਪਾਂ ਨੂੰ ਜਿਹੜੀ ਵੈਲਿਊ ਹੈ ਉਹ ਸ਼ੋ ਕਰਵਾਊਗਾ। ਕਨਕੈਟੀਨੇਟ ਹੁੰਦਾ ਜੀ ਜਦੋਂ ਆਪਾਂ 2 ਸੈੱਲਸ ਨੂੰ ਜੁਆਇਨ ਕਰਨਾ, ਮੰਨ ਲਓ 2 ਜਾਂ 2 ਤੋਂ ਵੱਧ ਸੈੱਲ ਹੈ ਜਾਂ 2 ਤੋਂ ਵੱਧ ਵੈਲਿਊਜ਼ ਆਪਾਂ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਉਹਦੇ ਲਈ ਕਨਕੈਟੀਨੇਟ ਫੰਕਸ਼ਨ ਯੂਜ਼ ਕਰਦੇ ਹਾਂ। ਜਿਵੇਂ ਇਜ਼ੀਕਲ ਟੂ ਕਨਕੈਟੀਨੇਟ A1, ਇਹਦੇ ਵਿੱਚ ਆਪਾਂ ਡਬਲ ਕੋਡਸ ਦੇ ਵਿੱਚ ਤਾਂ ਲਿਖਿਆ ਤਾਂ ਕਿ ਥੋੜ੍ਹੀ ਜਿਹੀ ਸਪੇਸ ਆ ਜਾਵੇ ਉਹਦੇ ਵਿੱਚ, ਅਤੇ B1 ਤਾਂ ਉਹ ਹੈਲੋ ਸਟੂਡੈਂਟ ਦੋਨਾਂ ਨੂੰ ਇੱਕੋ ਸੈੱਲ ਦੇ ਵਿੱਚ ਆਪਾਂ ਨੂੰ ਸ਼ੋ ਕਰਵਾਏਗਾ। ਫਿਰ ਆਪਣੇ ਕੋਲ ਆ ਗਿਆ ਅੱਪਰ ਵੈਲਿਊ ਹੈ। ਅੱਪਰ ਜਿਹੜਾ ਫੰਕਸ਼ਨ ਹੈ ਜਿਹੜਾ ਹੈਲੋ ਲਿਖਿਆ ਉਹਨੂੰ ਵੱਡੇ ਅੱਪਰ ਲੈਟਰਸ ਦੇ ਵਿੱਚ ਜਿਹੜਾ ਸ਼ੋ ਕਰਵਾਊਗਾ, ਤਾਂ ਹੈਲੋ ਨੂੰ ਸਾਰੇ ਨੂੰ ਕੈਪੀਟਲ ਲੈਟਰਸ ਦੇ ਵਿੱਚ ਆਪਾਂ ਨੂੰ ਇਹ B1 ਦੇ ਵਿੱਚ ਸ਼ੋ ਕਰਵਾ ਦੂਗਾ। ਪ੍ਰੋਪਰ ਦੇ ਵਿੱਚ ਹੈਗਾ ਜਿਹੜੇ ਪ੍ਰੋਪਰ ਫੰਕਸ਼ਨ ਕੈਪੀਟਲਾਈਜ਼ ਦਾ ਫਸਟ ਲੈਟਰ ਆਫ ਈਚ, ਕਿ ਜਿੰਨੇ ਵੀ ਆਪਾਂ ਨੂੰ ਵਰਡ ਦਿੱਤੇ ਹੋਣਗੇ ਸੈੱਲ ਦੇ ਵਿੱਚ ਉਹਨਾਂ ਦੇ ਸਿਰਫ ਅਤੇ ਸਿਰਫ ਫਸਟ ਜਿਹੜਾ ਕਰੈਕਟਰ ਹੈ ਉਹਨਾਂ ਨੂੰ ਵੱਡਾ ਰੱਖੇਗਾ, ਬਾਕੀ ਸਾਰਿਆਂ ਨੂੰ ਛੋਟਾ ਕਰ ਦੇਗਾ, ਤਾਂ ਉਹਨਾਂ ਦਾ ਇੱਕ ਪ੍ਰੋਪਰ ਸੀਕੁਐਂਸ ਹੈ ਜਿਹੜਾ ਕ੍ਰੀਏਟ ਕਰਵਾ ਦੇਗਾ। ਨੈਕਸਟ ਆਪਣੇ ਕੋਲ ਹੈਗੇ ਰਿਲੇਸ਼ਨਲ ਫੰਕਸ਼ਨ, ਲੈਸ ਦੈਨ ਇਕੁਅਲ ਟੂ, ਗ੍ਰੇਟਰ ਦੈਨ ਇਕੁਅਲ ਟੂ, ਜਾਂ ਫਿਰ ਇਕੁਅਲ ਟੂ, ਨੋਟ ਇਕੁਅਲ ਟੂ, ਇਹ ਵਾਲੇ ਇਹਨਾਂ ਦੀ ਵੈਲਿਊ ਹਮੇਸ਼ਾ ਟਰੂ ਔਰ ਫੋਲਸ, ਮਤਲਬ ਕਿ 1 ਜਾਂ 0 ਦੇ ਵਿੱਚ ਆਉਂਦੀ ਹੈ, ਜਾਂ ਟਰੂ ਜਾਂ ਫੋਲਸ ਦੇ ਵਿੱਚ ਆਉਂਦੀ ਹੈ।
ਪਹਿਲਾਂ ਆਪਣੇ ਕੋਲ ਆ ਗਿਆ ਇਫ। ਇਫ ਦੇਖੋ ਆਪਾਂ ਪਹਿਲਾਂ ਲਗਾਇਆ ਇਫ, ਉਹਨਾਂ ਵਿੱਚ ਐਗਜ਼ਾਮਪਲ ਦਿੱਤੀ ਹੈ A1 ਗ੍ਰੇਟਰ ਦੈਨ ਇਜ਼ ਇਕੁਅਲ ਟੂ 33, ਤਾਂ ਉਹਦੇ ਵਿੱਚ ਜਿਹੜੇ ਆਪਾਂ ਸੈੱਲ ਦੇ ਵਿੱਚ ਲਗਾਇਆ, ਜੇਕਰ A1 ਦੀ ਵੈਲੂ 33 ਤੋਂ ਵੱਡੀ ਹੋਈ ਤਾਂ ਉਹ ਵਾਲੇ ਸੈੱਲ ਦੇ ਵਿੱਚ ਪਾਸ ਲਿਖਿਆ ਆਊਗਾ ਆਪਣੇ ਕੋਲ, ਅਦਰਵਾਈਜ਼ ਕੀ ਆਪਣੇ ਕੋਲ ਫੇਲ ਲਿਖਿਆ ਆਊਗਾ ਉਹ ਵਾਲੇ ਸੈੱਲ ਦੇ ਵਿੱਚ। ਨੈਕਸਟ ਆਪਣੇ ਕੋਲ ਆਇਆ ਸਮ ਇਫ। ਜਿਹੜਾ ਸਮ ਇਫ ਫੰਕਸ਼ਨ ਹੈ ਇਹ ਯੂਜ਼ ਕੀਤਾ ਜਾਂਦਾ, we can find the sum of numbers that meet certain criteria within a range। ਜਿੰਨੀ ਆਪਾਂ ਰੇਂਜ ਦੇਵਾਂਗੇ, ਜਿਵੇਂ A1 ਤੋਂ 3 ਤੱਕ ਦੇਵਾਂਗੇ, ਤਾਂ ਉਹਨਾਂ ਦਾ ਕੀ ਹੈ ਇਹ ਸਮ ਕਰਨ ਲਈ ਆਪਾਂ ਨੂੰ ਯੂਜ਼ ਕੀਤਾ ਜਾਂਦਾ, ਕਿ ਜੇਕਰ ਜਿਹੜਾ ਕ੍ਰਾਈਟੇਰੀਆ ਜੇਕਰ ਉਹ ਸਹੀ ਹੈਗਾ ਆਪਣੀ ਰੇਂਜ ਦੇ ਵਿੱਚ ਤਾਂ ਉਹਨਾਂ ਦਾ ਕੀ ਹੈ ਸਮ ਹੋ ਕੇ ਆਪਾਂ ਨੂੰ ਨੰਬਰ ਸ਼ੋ ਕਰਵਾ ਦੇ। ਕਾਊਂਟ ਇਫ। Count if is another powerful and useful condition function that can be used in Excel। The count if cells that meet certain criteria। Count if can be used to count cells with dates, numbers and text that meet specific criteria। Count A वाला काम ही करदा, डेट्स भी, डेट्स वाले सैल ਨੂੰ ਵੀ काउंट करूँ, नंबर वाले सैल ਨੂੰ भी काउंट करूँ, टैक्सट वाले सैल ਨੂੰ भी काउंट करूँ, कोई भी सैल नहीं छड्डदा, सारे सैल्स ਨੂੰ काउंट करके ਆਪਾਂ ਨੂੰ शो करवाऊगा। फिर आ गया बॉर्डर एंड शेडिंग। जेकर आप कोई बॉर्डर लगाना चाਹੁੰਦੇ ਹਾਂ आपदे एक्सल ते ਤਾਂ ਆਪਾਂ लगा सकते हैं। राइट बॉर्डर सिर्फ राइट ते लाइन शो करनी है, लैफ्ट टॉप बॉटम ਜਾਂ ऑल बॉर्डर सारे ਦੇ ਵਿੱਚ बॉर्डर शो करना हैगा, ਜਾਂ फिर नो बॉर्डर बिल्कुल भी नहीं बॉर्डर शो करना, तो उस अकॉर्डिंग आप बॉर्डर ਜਿਹੜਾ सिलेक्ट करांगे। नैक्सट आ गया जी कस्टम फिल्टर। देखो अपने को मान लो काफ़ी बड़ा सा डेटाबेस तैयार हो गया, आप ਉਹਦੇ ਵਿੱਚੋਂ कोई स्पैसीफिक डेटा ਲੱਭਣਾ ਤਾਂ ਆਪਾਂ ਸਾਰੇ ਨੂੰ फाइंड आउट करना पऊगा। ਉਹਦੇ ਲਈ ਆਪਾਂ ਨੂੰ ਕੀ ਫਿਲਟਰ ਦੀ ਆਪਸ਼ਨ ਦਿੱਤੀ ਜਾਂਦੀ ਹੈ। ਤਾਂ ਪਹਿਲਾਂ ਆਪਾਂ ਡੇਟਾ ਟੈਬ ਦੇ ਵਿੱਚ ਸਿਲੈਕਟ ਕਰਦੇ, ਉਹਦੇ ਵਿੱਚ ਫਿਲਟਰ ਆ ਜਾਂਦਾ। ਫਿਲਟਰ 'ਤੇ ਆਪਾਂ ਜਦੋਂ ਸਿਲੈਕਟ ਕਰਦੇ ਹਾਂ ਤਾਂ ਉਹਦੇ ਵਿੱਚ ਆ ਜਾਂਦਾ ਆਪਣੇ ਕੋਲ ਇੱਕ ਡਰੋਪ ਡਾਊਨ ਐਰੋ ਆ ਜਾਂਦਾ ਕਿ ਕੀ ਚੀਜ਼ ਤੁਸੀਂ ਹੈਗੀ ਹੈ ਫਿਰ ਮਤਲਬ ਫਾਈਂਡ ਆਊਟ ਕਰਨੀ। ਮੰਨ ਲਓ ਆਪਣੇ ਕੋਲ ਇੱਕ ਸਬਜੈਕਟ ਕੋਲਮ ਆਪਾਂ ਉਹਨੂੰ ਫਾਈਂਡ ਆਊਟ ਕਰਨਾ, ਤਾਂ ਫਿਰ ਉਹਦੇ ਉੱਪਰ ਜਦੋਂ ਆਪਾਂ ਉਹਦੀ ਵੈਲਿਊ ਦੇਵਾਂਗੇ ਕਿ ਮੰਨ ਲਓ ਅਸੀਂ ਮੈਥ, ਜਿਹਨਾਂ ਸਟੂਡੈਂਟਸ ਕੋਲ ਮੈਥ ਸਿਰਫ ਉਹ ਵਾਲੇ ਹਾਈਲਾਈਟ ਕਰਵਾਉਣੇ ਆ, ਤਾਂ ਆਪਾਂ ਉਹਦੇ ਵਿੱਚ ਜਦੋਂ ਕੰਡੀਸ਼ਨ ਰੱਖੀ ਮੈਥ, ਤਾਂ ਉਹ ਵਾਲੇ ਸਟੂਡੈਂਟਸ ਦਾ ਡੇਟਾਬੇਸ ਜਿਹੜਾ ਆਪਣੇ ਕੋਲ ਸਿਲੈਕਟ ਸ਼ੋ ਹੋਊਗਾ ਜਿਹਦੇ ਕੋਲ ਮੈਥ ਸਬਜੈਕਟ ਹੋਏਗਾ। ਇਸ ਤਰੀਕੇ ਕਸਟਮ ਸੌਰਟ ਹੈ। ਮੰਨ ਲਓ ਆਪਾਂ ਆਪਦੇ ਡਾਟਾਬੇਸ ਨੂੰ ਕਿਸੇ ਸੀਕੁਐਂਸ ਦੇ ਵਿੱਚ ਅਰੇਂਜ ਕਰਨਾ ਚਾਹੁੰਦੇ ਹਾਂ, ਰੋਲ ਨੰਬਰ ਵਾਈਜ਼ ਕਰਨਾ ਚਾਹੁੰਦੇ ਜਾਂ ਨੇਮ ਅਲਫਾਬੈਟੀਕਲ ਨੇਮ ਵਾਈਜ਼ ਕਰਨਾ ਚਾਹੁੰਦੇ ਹਾਂ, ਤਾਂ ਆਪਾਂ ਜਿਹੜਾ ਸੌਰਟ ਹੈ ਉਹ ਵਾਲਾ ਯੂਜ਼ ਫੰਕਸ਼ਨ ਹੈ ਉਹ ਯੂਜ਼ ਕਰਦੇ ਹਾਂ। ਨੈਕਸਟ ਆਪਣਾ ਪੇਜ ਸੈਟਅਪ ਹੈ। ਇਹ ਵਰਡ ਦੀ ਤਰ੍ਹਾਂ ਹੀ ਹੁੰਦਾ, ਮਾਰਜਨ ਕਿੰਨਾ ਰੱਖਣਾ, ਲੈਫਟ ਰਾਈਟ ਟੋਪ ਬੋਟਮ, ਉਹਦੇ ਲਈ ਆਪਾਂ ਨੂੰ ਉੱਪਰ ਪੇਜ ਲੇਆਊਟ 'ਤੇ ਸਿਲੈਕਟ ਕਰਦੇ ਤਾਂ ਮਾਰਜਨ ਆ ਜਾਂਦਾ। ਓਰੀਐਂਟੇਸ਼ਨ ਹੈ ਕਿ ਲੈਂਡਸਕੇਪ ਰੱਖਣਾ ਜਾਂ ਪੋਰਟਰੇਟ ਰੱਖਣਾ। ਸਾਈਜ਼ ਕੀ ਰੱਖਣਾ, ਸਾਈਜ਼ ਕਿਹੜਾ ਤੁਹਾਡਾ ਪੇਜ A4 ਹੈ, ਲੀਗਲ ਪੇਜ ਹੈ ਜਾਂ ਕੋਈ ਹੋਰ ਹੈ। ਪ੍ਰਿੰਟ ਏਰੀਆ ਕਿ ਕਿੰਨਾ ਏਰੀਆ ਤੁਸੀਂ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ, ਆਪਾਂ ਉਹ ਸਿਲੈਕਟ ਕਰਕੇ ਸ਼ੋ ਕਰ ਦਾਂਗੇ। ਬ੍ਰੇਕਸ ਕਿ ਪੇਜਸ ਦੇ ਮੰਨ ਲਓ ਆਪਾਂ ਪੇਜ 'ਤੇ ਥੋੜ੍ਹਾ ਡਾਟਾ ਲਿਆਉਣਾ ਤਾਂ ਆਪਾਂ ਬ੍ਰੇਕਸ ਲਗਾ ਸਕਦੇ ਹਾਂ ਕਿ ਇੰਨਾ ਡਾਟਾ ਜਿਹੜਾ ਇੱਕ ਪੇਜ 'ਤੇ ਆਪਾਂ ਨੂੰ ਸ਼ੋ ਹੋਵੇ, ਅਤੇ ਆਪਾਂ ਬੈਕਗਰਾਊਂਡ ਵੀ ਸੈੱਟ ਕਰ ਸਕਦੇ ਹਾਂ ਕਿ ਡੇਟਾਬੇਸ ਦਾ ਬੈਕਗਰਾਊਂਡ ਕੀ ਹੋਊਗਾ। ਬੈਕਗਰਾਊਂਡ 'ਤੇ ਕੋਈ ਵੀ ਪਿਕ ਵਗੈਰਾ ਕੁਛ ਵੀ ਲਗਾ ਸਕਦੇ ਹੈਗੇ ਆ। ਨੈਕਸਟ ਆਪਣਾ ਆ ਗਿਆ ਫਾਈਲ ਕਨਵਰਜ਼ਨ। ਫਾਈਲ ਕਨਵਰਜ਼ਨ ਦੇ ਵਿੱਚ ਕੀ ਹੈ ਕਿ ਜਿਹੜੀ ਆਪਣੀ ਫਾਈਲ ਹੈਗੀ ਆਪਾਂ ਉਹਨੂੰ ਕਿਸੇ ਹੋਰ ਟਾਈਪ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਜਿਵੇਂ ਵਰਡ ਤੋਂ PDF ਬਣਾਉਣਾ, PDF ਤੋਂ ਐਕਸਲ ਦੇ ਵਿੱਚ ਲੈ ਕੇ ਜਾਣਾ ਡਾਟਾ, ਐਕਸਲ ਤੋਂ ਸਿੰਪਲ ਵਰਡ ਫਾਈਲ ਦੇ ਵਿੱਚ ਲੈ ਕੇ ਆਉਣਾ। ਤਾਂ ਆਪਾਂ ਕੋਈ ਐਕਸਲ ਫਾਈਲ ਨੂੰ ਓਪਨ ਕਰਦੇ ਹਾਂ ਅਤੇ ਉਹਨੂੰ ਫਿਰ ਆਪਾਂ ਸੇਵ ਐਜ਼ 'ਤੇ ਕਲਿੱਕ ਕਰਾਂਗੇ। ਉਹਦਾ ਕੁਛ ਵੀ ਨੇਮ ਰੱਖਾਂਗੇ। ਨੇਮ ਤੋਂ ਬਾਅਦ ਕੀ ਹੈ ਉਹਦੀ ਕਨਵਰਜ਼ਨ ਆਪਾਂ ਸਿਲੈਕਟ ਕਰ ਲਈ PDF ਅਤੇ ਕਲਿੱਕ ਸੇਵ 'ਤੇ ਕੀਤਾ, ਤਾਂ ਜਿਹੜਾ ਆਪਣਾ ਡੇਟਾਬੇਸ ਆ ਉਹ ਐਜ਼ ਏ PDF ਜਿਹੜਾ ਆਪਣਾ ਸੇਵ ਹੋ ਜਾਊਗਾ। ਨੈਕਸਟ ਆਪਣੀ ਟਾਈਪਿੰਗ ਟੈਕਨੀਕ ਵੀ ਇਹਦੇ ਵਿੱਚ ਦਿੱਤੀ ਹੋਈ ਹੈ। ਟਾਈਪਿੰਗ ਦੇ ਦੋ ਤਰੀਕੇ ਦੀ ਹੁੰਦੀ ਹੈ, ਟੱਚ ਟਾਈਪਿੰਗ ਅਤੇ ਵੋਇਸ ਟਾਈਪਿੰਗ। ਜਿਵੇਂ ਆਪਾਂ ਫੋਨਸ ਵਗੈਰਾ 'ਤੇ ਟਾਈਪ ਕਰਦੇ ਹੈਗੇ ਹਾਂ ਤਾਂ ਆਪਾਂ ਫਿੰਗਰਸ ਨਾਲ ਕੀ ਹੈ ਟਾਈਪ ਕਰਦੇ ਹਾਂ ਕੀਬੋਰਡ ਦੇ ਥਰੂ। ਤਾਂ ਇਹਨੂੰ ਆਪਾਂ ਕਿ ਕੋਈ ਵੀ ਕਾਫੀ ਤਰ੍ਹਾਂ ਦੇ ਸੋਫਟਵੇਅਰ ਆਉਂਦੇ ਟਾਈਪਿੰਗ ਲਈ ਆਪਣੇ ਕੋਲ, ਤਾਂ ਇਹਨੂੰ ਆਪਾਂ ਟੱਚ ਟਾਈਪਿੰਗ ਬੋਲਾਂਗੇ। ਵੋਇਸ ਟਾਈਪਿੰਗ ਜਿਵੇਂ ਆਪਾਂ ਵਟਸਐਪ 'ਤੇ ਵੋਇਸ ਮੈਸੇਜ ਸੈਂਡ ਕਰਦੇ ਹਾਂ, ਜਾਂ ਵੋਇਸ ਟਾਈਪਿੰਗ ਹੁੰਦੀ ਹੈ ਜਿਵੇਂ ਵਰਡ ਦੇ ਵਿੱਚ ਇੱਕ ਨਾ ਆਪਣੇ ਕੋਲ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇਕਰ ਆਪਾਂ ਵਰਡ ਦੇ ਵਿੱਚ ਕੋਈ ਫਾਈਲ ਜਾਂ ਕੋਈ ਡੇਟਾ ਲਿਖਣਾ ਹੈਗਾ ਤਾਂ ਉਹਦੇ ਵਿੱਚ ਇੱਕ ਮਾਈਕ੍ਰੋਫੋਨ ਦਿੱਤਾ ਜਾਂਦਾ, ਉਹਦੇ ਆਪਾਂ ਕਲਿੱਕ ਕਰਕੇ ਆਪਾਂ ਬੋਲੀ ਜਾਂਦੇ ਹਾਂ। ਜਿੱਦਾਂ ਆਪਾਂ ਬੋਲ ਰਹੇ ਹੁੰਦੇ ਹਾਂ ਜਿਹੜੇ ਵਰਡ, ਉਹ ਆਪਣੇ ਵਰਡ ਫਾਈਲ ਦੇ ਵਿੱਚ ਆਪਣੇ ਆਪ ਟਾਈਪ ਹੋ ਜਾਂਦੇ ਆ।
ਤਾਂ ਇਹਨੂੰ ਵੋਇਸ ਟਾਈਪਿੰਗ ਕਿਹਾ ਜਾਂਦਾ ਗਾ। ਤਾਂ ਕਿ ਕੀ ਹੈ ਆਪਣੇ ਵੋਇਸ ਤੋਂ ਕੀ ਹੈ ਟੈਕਸਟ ਬਣ ਜਾਂਦਾ ਉਹਦੇ ਵਿੱਚ ਜਾ ਕੇ। ਫੋਂਟ ਕਨਵਰਜ਼ਨ ਟੂਲਸ, ਇਹਦੇ ਵਿੱਚ ਕੀ ਹੈ ਕਿ ਫੋਂਟ ਆਪਾਂ ਕਿਸ ਤਰ੍ਹਾਂ ਦਾ ਲੈਣਾ, ਫੋਂਟ ਨੂੰ ਵੀ ਆਪਾਂ ਕਨਵਰਟ ਕਰ ਸਕਦੇ ਹਾਂ, ਕਿਸੇ ਵੀ ਡਿਜ਼ਾਇਨ ਦਾ ਲੈ ਸਕਦੇ ਹਾਂ ਆਪਣੀ ਡਿਜ਼ਾਇਰ ਦੇ ਅਕੋਰਡਿੰਗ। ਅਤੇ ਬੇਟੇ ਆਪਣਾ ਫਸਟ ਚੈਪਟਰ ਕੰਪਲੀਟ ਹੋ ਗਿਆ। ਇਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਡਾਊਟ ਹੋਏ ਤਾਂ ਮੈਨੂੰ ਪਲੀਜ਼ ਪੁੱਛ ਲਿਓ।